ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਭਾਸ਼ਾ ਚੈਨਲ 'ਤੇ ਆਪ ਜੀ ਦਾ ਸਵਾਗਤ ਹੈ। ਅਸੀਂ 8ਵੀਂ ਜਮਾਤ ਦੀ ਪਾਠ ਪੁਸਤਕ ਮਾਣਕਮਾਲਾ ਭਾਗ 3 ਦਾ ਚੌਥਾ ਪਾਠ ਪੜ੍ਹ ਰਹੇ ਹਾਂ, ਜਿਸ ਦਾ ਨਾਂ ਹੈ 10 ਰੁਪਏ ਦਾ ਅਜੀਬ ਨੋਟ। ਇਹ ਜਗਦੀਸ਼ ਕੌਰ ਜੀ ਦੁਆਰਾ ਲਿਖਿਆ ਗਿਆ ਹੈ। ਇਹ ਇੱਕ ਕਹਾਣੀ ਹੈ, ਆਓ ਪੜ੍ਹਦੇ ਹਾਂ। ਹਾਕੀ ਦੀ ਗਰਾਊਂਡ ਕੋਲੋਂ ਲੰਘਦਿਆਂ ਆਲੋਕ ਨੇ ਇੱਕ ਥਾਂ ਝੁੱਕ ਕੇ ਘਾਹ ਉੱਤੋਂ ਕੁਝ ਚੁੱਕਿਆ ਤੇ ਜੇਬ ਵਿੱਚ ਪਾ ਲਿਆ। ਨੇੜੇ ਬੈਠਾ ਗੋਪੀ ਮੂੰਗਫਲੀ ਖਾ ਰਿਹਾ ਸੀ। ਉਹਨੇ ਆਲੋਕ ਨੂੰ ਕੁਝ ਚੁੱਕਦੇ ਦੇਖ ਲਿਆ। ਚੁੱਕਦੇ ਮਤਲਬ ਉਠਾਤੇ ਹੋਏ। ਉਹ ਮੂੰਗਫਲੀ ਖਾਂਦਾ ਖਾਂਦਾ ਭੱਜਿਆ ਮਤਲਬ ਭਾਗਤਾ ਆਇਆ ਤੇ ਆਲੋਕ ਨੂੰ ਪੁੱਛਣ ਲੱਗਿਆ, ਤੈਨੂੰ ਘਾਹ ਤੋਂ ਕੀ ਲੱਭਿਆ ਮਤਲਬ ਕਿਆ ਮਿਲਾ ਹੈ। ਆਲੋਕ ਨੇ ਦੇਖਿਆ ਗੋਪੀ मूंगफली ਦੇ ਛਿਲਕੇ ਉਵੇਂ ਹੀ ਛੱਡ ਆਇਆ ਸੀ। मतलब उसने मूंगफली खाई और वहीं पे छिलके छोड़ दिए। घाह उत्ते खिलरे मतलब बिखरे हुए छिलके भैड़े लग रहे सन। भैड़े मतलब बेकार गंदे लग रहे थे। आलोक नूं शरारत सूझी। उन्हें कहा, मैनू तां जो लभ्या फिर दसूंगा, पहलां तूं दस ग्राउंड विच कूड़ा क्यों खिलारी जाना। मैं कूड़ा कदों खिलारदा मतलब बिखेर रहा है। मैं तां मूंगफली खाना, पर तैनू जो लभ्या वो दिखा। मैनू जो लभ्या वो तेरे काम दा नहीं। गोपी नूं लग्या आलोक सीधी तरह नहीं मन्नेगा। ਉਹਨੇ ਇੱਕ ਚਾਲ ਚੱਲੀ। ਉਹਨੇ ਕਿਹਾ, ਮੇਰਾ 10 ਰੁਪਏ ਦਾ ਨੋਟ ਡਿੱਗ ਪਿਆ ਸੀ ਮਤਲਬ ਗਿਰ ਗਿਆ ਥਾ। ਕਿਤੇ ਉਹ ਤਾਂ ਨਹੀਂ ਚੁੱਕਿਆ ਤੂੰ? ਦੇ ਮੇਰਾ 10 ਦਾ ਨੋਟ। ਮੈਂ ਤੇਰਾ 10 ਦਾ ਨੋਟ ਨਹੀਂ ਚੁੱਕਿਆ, ਆਲੋਕ ਨੇ ਕਿਹਾ। ਫਿਰ ਕੀ ਚੁੱਕਿਆ ਤੂੰ? ਗੋਪੀ ਪੁੱਛਣ ਲਈ ਜਿੱਦ ਕਰ ਰਿਹਾ ਸੀ। ਮੈਂ ਤੇਰਾ ਕੁਝ ਨਹੀਂ ਚੁੱਕਿਆ। ਗੋਪੀ ਸੋਚ ਰਿਹਾ ਸੀ, ਆਲੋਕ ਜ਼ਰੂਰ ਕੋਈ ਪੈਸੇ ਲੱਭੇ ਹੋਣਗੇ ਜਾਂ ਕੋਈ ਹੋਰ ਵਧੀਆ ਚੀਜ਼ ਹੋਏਗੀ, ਉਹਦੇ ਵਿੱਚੋਂ ਮੈਂ ਹਿੱਸਾ ਕਿਉਂ ਨਾ ਵੰਡਾਵਾਂ। ਉਹ ਇਹਦੇ ਲਈ ਉਹਨੇ ਅਗਲੀ ਚਾਲ ਚੱਲੀ। ਉਹਨੇ ਕਿਹਾ, ਤੂੰ ਕੁਝ ਚੁੱਕਿਆ ਤਾਂ ਹੈ ਨਾ? ਮੈਂ ਦੇਖ ਰਿਹਾ ਸੀ। ਤੈਨੂੰ ਜੋ ਵੀ ਲੱਭਿਆ ਉਹਦੇ ਵਿੱਚੋਂ ਅੱਧਾ ਹਿੱਸਾ ਮੈਨੂੰ ਵੀ ਦੇ। ਤੈਨੂੰ ਅੱਧਾ ਦੇਣ ਵਾਲਾ ਕੁਝ ਵੀ ਨਹੀਂ। ਜੇ ਨਹੀਂ ਦੇਵੇਂਗਾ ਤਾਂ ਮੈਂ ਪ੍ਰਿੰਸੀਪਲ ਕੋਲ ਸ਼ਿਕਾਇਤ ਕਰ ਦਿਆਂਗਾ। ਗੋਪੀ ਨੇ ਧਮਕੀ ਦੇਣ ਦੀ ਆਖਰੀ ਚਾਲ ਚੱਲੀ। ਕਰਦੇ ਸ਼ਿਕਾਇਤ, ਆਲੋਕ ਨੇ ਨਿਡਰ ਹੋ ਕੇ ਕਿਹਾ ਤੇ ਅੱਗੇ ਤੁਰ ਪਿਆ ਮਤਲਬ ਆਗੇ ਨਿਕਲ ਗਿਆ, ਚੱਲ ਪੜਾ। ਵੀ ਸ਼ਿਕਾਇਤ ਕਰਨ ਲਈ ਪ੍ਰਿੰਸੀਪਲ ਦੇ ਦਫ਼ਤਰ ਵੱਲ ਤੁਰ ਪਿਆ। ਉਹਦੇ ਛੱਡੇ ਮੂੰਗਫਲੀ ਦੇ ਛਿਲਕੇ ਉਸੇ ਤਰ੍ਹਾਂ ਘਾਹ ਉੱਤੇ ਖਿਲਰੇ ਪਏ ਸਨ। ਛਿਲਕਿਆਂ ਕੋਲ ਪੋਲੀਥੀਨ ਦੀ ਉਹ ਥੈਲੀ ਵੀ ਪਈ ਸੀ ਜਿਸ ਵਿੱਚ ਗੋਪੀ ਮੂੰਗਫਲੀ ਲਿਆਇਆ ਸੀ। ਆਲੋਕ ਨੇ ਉਹਨੂੰ ਤੁਰੇ ਜਾਂਦੇ ਨੂੰ ਪਿੱਛੋਂ ਆਵਾਜ਼ ਮਾਰੀ, ਗੋਪੀ ਆਪਣੇ ਛਿਲਕੇ ਤਾਂ ਚੁੱਕ ਕੇ ਜਾ। ਪਰ ਗੋਪੀ ਨਾ ਕਰਨ ਲਈ ਪੁੱਠਾ ਜਿਹਾ ਹੱਥ ਮਾਰ ਕੇ ਤੁਰਦਾ ਬਣਿਆ। ਆਲੋਕ ਨੂੰ ਉਹ ਕੂੜਾ ਚੰਗਾ ਨਾ ਲੱਗਿਆ। ਉਹਨੇ ਉੱਥੇ ਬੈਠ ਕੇ ਸਾਰੇ ਛਿਲਕੇ ਥੈਲੀ ਵਿੱਚ ਪਾ ਲਏ ਤੇ ਪਰਲੇ ਪਾਸੇ ਕੂੜੇਦਾਨ ਵੱਲ ਤੁਰ ਪਿਆ। ਉਹਨੇ 2 ਕਦਮ ਹੀ ਪੁੱਟੇ ਸਨ ਕਿ ਅੱਧੀ ਛੁੱਟੀ ਮੁੱਕਣ ਮਤਲਬ ਅੱਧੀ ਛੁੱਟੀ ਦਾ ਟਾਈਮ ਖਤਮ ਹੋ ਗਿਆ। ਅੱਧੀ ਘੰਟੀ ਵੱਜ ਗਈ। ਉਹ ਕੂੜੇਦਾਨ ਵੱਲ ਜਾਣ ਦੀ ਥਾਂ ਆਪਣੀ ਜਮਾਤ ਵੱਲ ਮੁੜ ਪਿਆ। ਛਿਲਕਿਆਂ ਵਾਲੀ ਥੈਲੀ ਉਹਦੇ ਹੱਥ ਵਿੱਚ ਸੀ। 5ਵਾਂ ਪੀਰੀਅਡ ਖਤਮ ਹੁੰਦਿਆਂ ਹੀ ਚਪੜਾਸੀ ਆਲੋਕ ਨੂੰ ਸੱਦਣ ਮਤਲਬ ਬੁਲਾਣੇ ਆ ਗਿਆ। ਆਲੋਕ ਦਫ਼ਤਰ ਵਿੱਚ ਗਿਆ ਤੇ ਪ੍ਰਿੰਸੀਪਲ ਦੇ ਸਾਹਮਣੇ ਜਾ ਖੜਾ ਹੋਇਆ। ਪ੍ਰਿੰਸੀਪਲ ਨੇ ਕਿਹਾ, ਆਲੋਕ ਤੇਰੀ ਸ਼ਿਕਾਇਤ ਆਈ ਹੈ ਬਈ। ਜੀ ਸਰ। ਆਲੋਕ ਨੇ ਬਸ ਇੰਨਾ ਹੀ ਕਿਹਾ। ਤੂੰ ਗੋਪੀ ਦਾ 10 ਰੁਪਏ ਦਾ ਨੋਟ ਚੁੱਕਿਆ? ਨਹੀਂ ਸਰ, ਮੈਂ ਕੋਈ ਨੋਟ ਨਹੀਂ ਚੁੱਕਿਆ, ਪਰ ਉਹ ਤਾਂ ਕਹਿੰਦਾ ਉਹਨੇ ਤੈਨੂੰ ਚੁੱਕਦੇ ਨੂੰ ਆਪ ਦੇਖਿਆ। ਨਹੀਂ ਸਰ, ਮੈਂ ਨਹੀਂ ਚੁੱਕਿਆ। ਤਾਂ ਫਿਰ ਕੀ ਹੁੰਦਾ? ਪਰ ਤੂੰ ਕੁਝ ਚੁੱਕਿਆ ਤਾਂ ਸੀ ਨਾ। ਉਹ ਕੀ ਸੀ? ਤੇ ਇਹਦੇ ਜਵਾਬ ਵਿੱਚ ਆਲੋਕ ਨੇ ਜੇਬ ਵਿੱਚੋਂ ਕੁਝ ਕੱਢ ਕੇ ਪ੍ਰਿੰਸੀਪਲ ਦੀ ਮੇਜ਼ ਉੱਤੇ ਰੱਖ ਦਿੱਤਾ ਜੋ ਉਹਨੇ ਚੁੱਕਿਆ ਸੀ। ਉਹਨੇ ਮੂੰਗਫਲੀ ਦੇ ਛਿਲਕਿਆਂ ਵਾਲੀ ਥੈਲੀ ਵੀ ਮੇਜ਼ ਉੱਤੇ ਧਰ ਦਿੱਤੀ, ਜਿਹੜੀ ਉਹ ਅਜੇ ਕੂੜੇਦਾਨ ਵਿੱਚ ਨਹੀਂ ਸੀ ਸੁੱਟ ਸਕਿਆ। ਉਹਨੇ ਪ੍ਰਿੰਸੀਪਲ ਜੀ ਨੂੰ ਹੋਰ ਵੀ ਕੁਝ ਗੱਲਾਂ ਦੱਸੀਆਂ। ਮੇਜ਼ ਵੱਲ ਦੇਖ ਕੇ ਤੇ ਆਲੋਕ ਦੀਆਂ ਗੱਲਾਂ ਸੁਣ ਕੇ ਪ੍ਰਿੰਸੀਪਲ ਹੱਕੇ ਬੱਕੇ ਰਹਿ ਗਏ। ਉਹ ਕੁਰਸੀ ਤੋਂ ਉੱਠ ਕੇ ਆਲੋਕ ਦੇ ਕੋਲ ਆ ਗਏ। ਉਹਨਾਂ ਨੇ ਉਹਦੀ ਪਿੱਠ ਥਾਪੜੀ ਤੇ ਕਿਹਾ, ਸ਼ਾਬਾਸ਼ ਬੇਟਾ, ਇਹ ਤੂੰ ਬਹੁਤ ਵਧੀਆ ਕੰਮ ਕਰਨਾ, ਇਸੇ ਤਰ੍ਹਾਂ ਕਰਦਾ ਰਹਿ। ਗੋਪੀ ਵਰਗੀਆਂ ਦੀ ਪਰਵਾਹ ਨਾ ਕਰ, ਮੈਂ ਤੇਥੋਂ ਬਹੁਤ ਖੁਸ਼ ਹਾਂ। ਫਿਰ ਉਹਨਾਂ ਨੇ ਆਲੋਕ ਨੂੰ ਹੌਲੀ ਕੁਝ ਗੱਲਾਂ ਸਮਝਾਈਆਂ ਤੇ ਉਹਨੂੰ ਉਹਦੀ ਜਮਾਤ ਵਿੱਚ ਭੇਜ ਦਿੱਤਾ। ਇਸ ਤੋਂ ਬਾਅਦ ਉਹਨਾਂ ਨੇ ਚਪੜਾਸੀ ਹੱਥ ਸਾਰੇ ਸਕੂਲ ਨੂੰ ਇੱਕ ਆਰਡਰ ਭੇਜਿਆ। ਆਰਡਰ ਵਿੱਚ ਕਿਹਾ ਕਿ 0 ਪੀਰੀਅਡ ਵਿੱਚ ਇੱਕ ਮੀਟਿੰਗ ਹੋਵੇਗੀ। ਸਾਰੀਆਂ ਜਮਾਤਾਂ ਹਾਲ ਵਿੱਚ ਇਕੱਠੀਆਂ ਹੋ ਜਾਣ। ਹਾਲ ਵਿੱਚ ਇਕੱਠੀਆਂ ਹੋ ਕੇ ਸਾਰੀਆਂ ਜਮਾਤਾਂ ਕਤਾਰਾਂ ਵਿੱਚ ਬੈਠ ਗਈਆਂ। ਕਤਾਰਾਂ ਮਤਲਬ ਲਾਈਨੋਂ ਮੇਂ। ਪ੍ਰਿੰਸੀਪਲ ਜੀ ਨੇ ਸਟੇਜ ਉੱਤੇ ਆ ਕੇ ਮਾਈਕ ਦੇ ਸਾਹਮਣੇ ਬੋਲਣਾ ਸ਼ੁਰੂ ਕੀਤਾ। ਪਿਆਰੇ ਬੱਚਿਓ, ਪਤਾ ਹੈ ਅੱਜ ਮੈਂ ਤੁਹਾਨੂੰ ਇੱਥੇ ਕਿਉਂ ਬੁਲਾਇਆ ਹੈ? ਉਹ ਇੱਕ ਪਲ ਰੁਕੇ ਤੇ ਫਿਰ ਬੋਲੇ, ਇਸ ਕਰਕੇ ਬੁਲਾਇਆ ਕਿ ਮੈਂ ਤੁਹਾਨੂੰ 10 ਰੁਪਏ ਦਾ ਇੱਕ ਅਜੀਬ ਨੋਟ ਦਿਖਾਉਣਾ ਹੈ।
ਸਾਰੇ ਬੱਚੇ ਹੈਰਾਨੀ ਨਾਲ ਪ੍ਰਿੰਸੀਪਲ ਜੀ ਵੱਲ ਦੇਖਣ ਲੱਗੇ। ਉਹ ਇਹ ਜਾਣਨ ਲਈ ਉਤਸੁਕ ਸਨ ਕਿ 10 ਰੁਪਏ ਦਾ ਅਜਿਹਾ ਕਿਹੜਾ ਅਜੀਬ ਨੋਟ ਹੈ ਜਿਹੜਾ ਪ੍ਰਿੰਸੀਪਲ ਜੀ ਨੇ ਸਾਨੂੰ ਦਿਖਾਉਣ ਲਈ ਬੁਲਾਇਆ। ਪ੍ਰਿੰਸੀਪਲ ਜੀ ਬੋਲ ਰਹੇ ਸਨ, ਪਰ ਨੋਟ ਦਿਖਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣੀ ਹੈ। ਅਤੇ ਉਹ ਕਹਾਣੀ ਸੁਣਾਉਣ ਲੱਗੇ। ਫਰਾਂਸ ਦੇਸ਼ ਦੀ ਰਾਜਧਾਨੀ ਪੈਰਿਸ ਬਹੁਤ ਸੁੰਦਰ ਸ਼ਹਿਰ ਹੈ। ਉੱਥੋਂ ਦੀਆਂ ਬਹੁਤ ਸੁੰਦਰ ਸੜਕਾਂ ਹਨ, ਚਾਰੇ ਪਾਸੇ ਹਰਿਆਲੀ ਹੈ, ਖੂਬਸੂਰਤ ਇਮਾਰਤਾਂ ਹਨ, ਸਭ ਕੁਝ ਸਾਫ਼ ਸੁਥਰਾ। ਸ਼ਹਿਰ ਇੰਨਾ ਸੁੰਦਰ ਹੈ ਕਿ ਉੱਥੇ ਦੁਨੀਆ ਭਰ ਦੇ ਲੋਕ ਸੈਰ ਸਪਾਟੇ ਲਈ ਆਉਂਦੇ ਹਨ। ਰਾਜਧਾਨੀ ਹੋਣ ਕਰਕੇ ਉੱਥੇ ਹੋਰਨਾਂ ਦੇਸ਼ਾਂ ਦੇ ਦਫ਼ਤਰ ਵੀ ਹਨ। ਇੱਕ ਵਾਰ ਕਿਸੇ ਹੋਰ ਦੇਸ਼ ਦੇ ਅਫਸਰ ਦੀ ਕਾਰ ਪੈਰਿਸ ਦੀ ਸਾਫ਼ ਸੁਥਰੀ ਸੜਕ ਉੱਤੋਂ ਦੀ ਲੰਘ ਰਹੀ ਸੀ। ਕਾਰ ਨੂੰ ਡਰਾਈਵਰ ਚਲਾ ਰਿਹਾ ਸੀ। ਅਫਸਰ ਨਵਾਂ ਪੈਰਿਸ ਵਿੱਚ ਆਇਆ ਸੀ। ਉਹ ਕਾਰ ਦੀ ਪਿਛਲੀ ਸੀਟ ਉੱਤੇ ਬੈਠਾ ਦਫ਼ਤਰ ਦੀਆਂ ਚਿੱਠੀਆਂ ਪੜ੍ਹਨ ਲੱਗ ਪਿਆ। ਉਹਨੇ ਇੱਕ ਲਿਫਾਫਾ ਖੋਲ੍ਹਿਆ, ਵਿੱਚੋਂ ਇੱਕ ਚਿੱਠੀ ਕੱਢੀ ਮਤਲਬ ਨਿਕਾਲੀ, ਅਤੇ ਖਾਲੀ ਲਿਫਾਫੇ ਦਾ ਲੱਡੂ ਜਿਹਾ ਵੱਟ ਕੇ ਕਾਰ ਵਿੱਚੋਂ ਬਾਹਰ ਸੁੱਟ ਦਿੱਤਾ ਕਿ ਉਸ ਕਾਗਜ਼ ਕੋ ਉਸਨੇ ਮਰੋੜ ਕੇ ਬਾਹਰ ਫੇंक दिया। चिट्ठी पढ़ के उन्हें फाइल विच रखी तो दूजा लिफाफा खोलिया, उहदे विचों भी चिट्ठी कढ़ी ते लिफाफा पहलां वांग ही मरोड़ के सड़क उत्ते सुੱਟ दिता। इंज ही उन्हें तीजे लिफाफे नाल कीती ते फिर चौथे नाल इंज करदा करदा वो अपने दफ्तर पहुँच गया। सबब नालों उस अफसर दे पिछे फ्रांस दे एक मंत्री दी कार भी आ रही सी। मंत्री आप कार चला रहा सी। उन्हें वेख्या अगे जांदी कार विचों कोई चीज़ बाहर डिग्गी है। मंत्री ने कार पासे करके रोकी तो सड़क उत्ते डिग्गी पई चीज़ चुक लियांदी। वो डाक दे खाली लिफाफे दा वट्टिया होया लड्डू जिहा सी। मंत्री ने लड्डू जिहा खोलिया तो उत्ते लिखिया पता पढ़िया। वो कार स्टार्ट करके अगे वधिया तो सड़क उत्ते एक होर लड्डू पिया दिसिया। मंत्री ने रुक के उसनूं भी चुक लिया। लड्डू मतलब कागज़ का गोल मोल टुकड़ा। वो पहले वांग मरोड़िया होया लिफाफा सी। ਉਹਨੇ ਉਹਦੇ ਉੱਤੇ ਵੀ ਉਹੀ ਪਤਾ ਸੀ। ਮੰਤਰੀ ਅੱਗੇ ਵਧਿਆ ਗਿਆ ਅਤੇ ਸੜਕ ਉੱਤੇ ਡਿੱਗੇ ਪਏ ਲੱਡੂ ਬਣਾਈ ਰੱਦੀ ਲਿਫਾਫੇ ਚੁੱਕਦਾ ਗਿਆ। ਇਉਂ ਕਰਦਾ ਕਰਦਾ ਉਹ ਵੀ ਉਸ ਅਫਸਰ ਦੇ ਪਿੱਛੇ ਉਹਦੇ ਦਫ਼ਤਰ ਵਿੱਚ ਪਹੁੰਚ ਗਿਆ। ਉੱਥੇ ਪਹੁੰਚ ਕੇ ਮੰਤਰੀ ਨੇ ਇਕੱਠੇ ਕੀਤੇ ਰੱਦੀ ਲਿਫਾਫੇ ਉਸ ਅਫਸਰ ਦੇ ਮੇਜ਼ ਉੱਤੇ ਜਾ ਢੇਰੀ ਕੀਤੇ ਅਤੇ ਬੋਲਿਆ, ਸ਼੍ਰੀਮਾਨ ਜੀ, ਤੁਸੀਂ ਸਾਡੇ ਖੂਬਸੂਰਤ ਸ਼ਹਿਰ ਨੂੰ ਗੰਦਾ ਕਰਦੇ ਫੜੇ ਗਏ ਹੋ। ਤੁਸੀਂ ਦੂਜੇ ਦੇਸ਼ ਦੇ ਹੋ, ਇਸ ਕਰਕੇ ਅਸੀਂ ਤੁਹਾਨੂੰ ਆਪਣਾ ਮਹਿਮਾਨ ਸਮਝਦੇ ਹਾਂ। ਮਹਿਮਾਨ ਹੋ ਇਸ ਲਈ ਮੈਂ ਤੁਹਾਨੂੰ ਸਿਰਫ ਚੇਤਾਵਨੀ ਹੀ ਦੇ ਰਿਹਾ ਹਾਂ। ਫਰਾਂਸ ਦਾ ਕੋਈ ਸ਼ਹਿਰੀ ਅਵੱਲ ਜਾ ਤਾਂ ਅਜਿਹੀ ਗਲਤੀ ਕਰਦਾ ਹੀ ਨਹੀਂ। ਜੇ ਕਰਦਾ ਹੈ ਤਾਂ ਉਹਨੂੰ ਭਾਰੀ ਜੁਰਮਾਨਾ ਭਰਨਾ ਪੈਂਦਾ। ਅੱਗੇ ਤੋਂ ਸਾਵਧਾਨ ਰਹਿਣਾ। ਇਹ ਕਹਿ ਕੇ ਮੰਤਰੀ ਉੱਥੋਂ ਚਲਾ ਗਿਆ। ਸਾਰੇ ਬੱਚੇ ਕਹਾਣੀ ਧਿਆਨ ਨਾਲ ਸੁਣ ਰਹੇ ਸਨ। ਪ੍ਰਿੰਸੀਪਲ ਜੀ ਕੁਝ ਰੁਕੇ ਤੇ ਬੋਲੇ, ਤੁਸੀਂ ਸੋਚਦੇ ਹੋਵੋਗੇ ਇਸ ਕਹਾਣੀ ਵਿੱਚ ਤੇ 10 ਰੁਪਏ ਦੇ ਅਜੀਬ ਨੋਟ ਵਿੱਚ ਕੀ ਸੰਬੰਧ ਹੈ। ਪਹਿਲੀ ਗੱਲ ਤਾਂ ਹੈ ਮੈਂ ਤੁਹਾਨੂੰ ਇਹ ਕਹਾਣੀ ਦੱਸਣੀ ਹੈ ਕਿ ਫਰਾਂਸ ਦੇ ਉਸ ਮੰਤਰੀ ਵਰਗਾ ਇੱਕ ਵਿਦਿਆਰਥੀ ਸਾਡੇ ਸਕੂਲ ਵਿੱਚ ਵੀ ਹੈ। ਸਾਡੇ ਸਕੂਲ ਵਿੱਚ ਬੱਚੇ ਹੈਰਾਨ ਜਿਹੇ ਹੋ ਕੇ ਆਲੇ ਦੁਆਲੇ ਦੇਖਣ ਲੱਗ ਪਏ ਅਤੇ ਸੋਚਣ ਲੱਗ ਪਏ, ਸਾਡੇ ਸਕੂਲ ਵਿੱਚ ਫਰਾਂਸ ਦੇ ਮੰਤਰੀ ਵਰਗਾ ਕੌਣ ਹੋਇਆ। ਬੱਚੇ ਅੰਦਾਜ਼ੇ ਲਾ ਰਹੇ ਸਨ ਕਿ ਪ੍ਰਿੰਸੀਪਲ ਜੀ ਬੋਲੇ, ਜਾਣਦੇ ਹੋ ਕੌਣ ਹੈ। ਇੰਨਾ ਕਹਿ ਕੇ ਪ੍ਰਿੰਸੀਪਲ ਜੀ ਕੁਝ ਪਲ ਰੁਕੇ ਅਤੇ ਫਿਰ ਬੋਲੇ, ਉਹ ਹੈ 8ਵੀਂ ਜਮਾਤ ਦਾ ਅਲੋਕ। ਇਹਦੇ ਕੋਲੋਂ ਹੀ ਆਪਾਂ ਨੂੰ 10 ਰੁਪਏ ਦਾ ਅਜੀਬ ਨੋਟ ਵੀ ਮਿਲੇਗਾ। ਫਿਰ ਉਹਨਾਂ ਨੇ ਅਲੋਕ ਨੂੰ ਸੱਦਿਆ, ਆ ਬਈ ਅਲੋਕ, ਤੇਰੀ ਤਲਾਸ਼ੀ ਲਈਏ। 8ਵੀਂ ਜਮਾਤ ਦੀ ਕਤਾਰ ਵਿੱਚ ਉੱਠ ਕੇ ਅਲੋਕ ਸਟੇਜ ਉੱਤੇ ਆ ਗਿਆ। ਪ੍ਰਿੰਸੀਪਲ ਨੇ ਉਹਨੂੰ ਕਿਹਾ, ਕੱਢ ਜਿਹੜਾ ਗੋਪੀ ਦਾ 10 ਰੁਪਏ ਦਾ ਨੋਟ ਤੂੰ ਗਰਾਊਂਡ ਵਿੱਚੋਂ ਚੁੱਕਿਆ ਸੀ। ਸਾਹਮਣੇ ਕਤਾਰ ਵਿੱਚ ਬੈਠੇ ਗੋਪੀ ਨੂੰ ਲੱਗ ਰਿਹਾ ਸੀ ਕਿ ਸਾਰੇ ਸਕੂਲ ਦੇ ਸਾਹਮਣੇ ਅਲੋਕ ਦੀ ਬੇਇੱਜ਼ਤੀ ਹੋ ਰਹੀ ਹੈ। ਉਹ ਖੁਸ਼ ਹੋ ਰਿਹਾ ਸੀ ਅਤੇ ਸੋਚ ਰਿਹਾ ਸੀ, ਹੁਣ ਅਲੋਕ ਦੀ ਚੋਰੀ ਫੜੀ ਜਾਏਗੀ ਅਤੇ ਉਹਨੂੰ ਸਜ਼ਾ ਵੀ ਮਿਲੇਗੀ। ਜੇ ਲੱਭੇ ਮਾਲ ਵਿੱਚੋਂ ਅੱਧਾ ਮੈਨੂੰ ਦੇ ਦਿੰਦਾ ਤਾਂ ਸ਼ਿਕਾਇਤ ਨਾ ਕਰਦਾ ਅਤੇ ਅਲੋਕ ਦੀ ਇੰਜ ਬੇਇੱਜ਼ਤੀ ਵੀ ਨਾ ਹੁੰਦੀ। ਸਟੇਜ ਉੱਤੇ ਸਭ ਦੇ ਸਾਹਮਣੇ ਅਲੋਕ ਆਪਣੀ ਪੈਂਟ ਦੀ ਜੇਬ ਵਿੱਚੋਂ ਕੋਈ ਚੀਜ਼ ਕੱਢ ਕੇ ਪ੍ਰਿੰਸੀਪਲ ਨੂੰ ਫੜਾ ਰਿਹਾ ਸੀ। ਪ੍ਰਿੰਸੀਪਲ ਨੇ ਚੀਜ਼ ਫੜ ਕੇ ਅਲੋਕ ਨੂੰ ਕਿਹਾ, ਇਹ ਕੀ? ਇਹ ਤਾਂ ਰੱਦੀ ਕਾਗਜ਼ ਦਾ ਟੁਕੜਾ ਹੈ। 10 ਦਾ ਨੋਟ ਕਿੱਥੇ ਹੈ? ਜੀ ਮੈਂ ਗਰਾਊਂਡ ਵਿੱਚੋਂ ਇਹੀ ਚੁੱਕਿਆ ਸੀ। ਪਰ ਗੋਪੀ ਤਾਂ ਕਹਿੰਦਾ ਤੈਨੂੰ 10 ਰੁਪਏ ਦਾ ਨੋਟ ਲੱਭਿਆ ਸੀ। ਹੋ ਸਕਦਾ ਜੀ। ਇੱਧਰ ਉੱਧਰ ਖਿਲਰੇ ਪਏ ਰੱਦੀ ਕਾਗਜ਼ ਦੇ ਟੁਕੜੇ ਗੋਪੀ ਨੂੰ 10-10 ਦੇ ਨੋਟ ਹੀ ਜਾਪਦੇ ਹੁਣ। ਮੈਨੂੰ ਤਾਂ ਜੀ ਖਿਲਰਿਆ ਪਿਆ ਕੂੜਾ ਚੰਗਾ ਨਹੀਂ ਲੱਗਦਾ। ਮੈਂ ਕੂੜਾ ਚੁੱਕ ਕੇ ਕੂੜੇਦਾਨ ਵਿੱਚ ਸੁੱਟ ਦਿੰਦਾ। ਜੇ ਕੂੜੇਦਾਨ ਨੇੜੇ ਨਾ ਹੋਵੇ ਤਾਂ ਚੁੱਕ ਕੇ ਥੈਲੀ ਵਿੱਚ ਜਾਂ ਜੇਬ ਵਿੱਚ ਪਾ ਲੈਣਾ, ਬਾਅਦ ਵਿੱਚ ਕੂੜੇਦਾਨ ਵਿੱਚ ਸੁੱਟ ਦਿੰਦਾ। ਅਲੋਕ ਦੀ ਗੱਲ ਖਤਮ ਹੋਈ ਤਾਂ ਪ੍ਰਿੰਸੀਪਲ ਜੀ ਸਾਰੇ ਬੱਚਿਆਂ ਨੂੰ ਸੰਬੋਧਿਤ ਹੋਏ, ਤੁਸੀਂ ਸੁਣਿਆ ਅਲੋਕ ਨੇ ਕੀ ਕਿਹਾ? ਹੁਣ ਤੁਸੀਂ ਸਮਝ ਗਏ ਹੋ ਨਾ ਮੈਂ ਕਿਉਂ ਕਿਹਾ ਸੀ ਸਾਡੇ ਸਕੂਲ ਵਿੱਚ ਫਰਾਂਸ ਦੇ ਮੰਤਰੀ ਵਰਗਾ ਇੱਕ ਵਿਦਿਆਰਥੀ ਹੈ। ਸਾਰੇ ਬੱਚਿਆਂ ਨੇ ਜ਼ੋਰ-ਜ਼ੋਰ ਦੀ ਤਾੜੀਆਂ ਵਜਾਈਆਂ। ਪ੍ਰਿੰਸੀਪਲ ਨੇ ਕਿਹਾ, ਇੰਨੀਆਂ ਤਾੜੀਆਂ ਤੁਹਾਡੇ ਵਾਸਤੇ ਵੀ ਵੱਜ ਸਕਦੀਆਂ ਹਨ, ਪਰ ਪਹਿਲਾਂ ਤੁਸੀਂ ਇਹ ਸੋਚੋ ਕਿ ਤੁਸੀਂ ਅਜਿਹਾ ਕੀ ਕਰ ਸਕਦੇ ਹੋ ਜਿਸ ਨਾਲ ਤੁਹਾਡਾ ਆਲਾ ਦੁਆਲਾ ਚੰਗਾ ਬਣੇ, ਤੁਸੀਂ ਚੰਗੇ ਬਣੋ, ਸਾਡਾ ਸਮਾਜ ਚੰਗਾ ਬਣੇ। ਚੰਗਾ ਮਤਲਬ ਅੱਛਾ ਬਣੇ ਅਤੇ ਸਾਡਾ ਦੇਸ਼ ਚੰਗਾ ਅਤੇ ਸੁੰਦਰ ਬਣੇ।
ਇਸ ਬਾਰੇ ਤੁਸੀਂ ਸੋਚੋ, ਸੋਚਦੇ ਸੋਚਦੇ ਤੁਰ ਜਾਓ ਤੇ ਘਰ ਪਹੁੰਚ ਜਾਓ, ਤੁਹਾਨੂੰ ਛੁੱਟੀ। ਬੱਚਿਆਂ ਨੇ ਇੱਕ ਵਾਰ ਫਿਰ ਜ਼ੋਰ-ਜ਼ੋਰ ਦੀ ਤਾੜੀਆਂ ਵਜਾਈਆਂ ਤੇ ਕੁਝ ਨਵਾਂ ਤੇ ਵਧੀਆ ਕਰਨ ਬਾਰੇ सोचते हुए घਰਾਂ ਨੂੰ तुर पए। अब इस कहानी से हमें शिक्षा मिलती है कि हमें कूड़ा नहीं फैलाना चाहिए। अपने स्कूल को, अपने घर को, अपने देश को, अपने शहर को, सब चीज़ों को, सब जगहों को साफ रखना चाहिए। इससे क्या होगा, इससे हम अच्छे बनेंगे, हमारा समाज अच्छा बनेगा तो समाज तरक्की करेगा, जिससे हमारा देश भी अच्छा बनेगा। ਹੁਣ ਅਸੀਂ ਇਸ ਦੇ ਔਖੇ ਸ਼ਬਦਾਂ ਦੇ ਅਰਥ ਕਰਦੇ ਹਾਂ। ਵੰਡਾਵਾਂ ਹਿੱਸਾ ਦਿਆਂ, ਅੱਗੇ ਹੈ ਚੱਲ ਪਿਆ, ਤੁਰ ਪਿਆ, ਚੱਲ ਪਿਆ। ਪਰਲੇ ਪਾਸੇ, ਦੂਜੇ ਪਾਸੇ, ਧਰ ਰੱਖ, ਹੱਕੇ ਬੱਕੇ ਰਹਿਣਾ, ਹੈਰਾਨ ਹੋਣਾ, ਲੰਘਣਾ ਮਤਲਬ ਨਿਕਲਣਾ, ਸਬੱਬ ਮਤਲਬ ਉਦੇਸ਼ ਕਾਰਨ। ਅੱਗੇ ਦੇਖੋ ਅਭਿਆਸ ਦੇ ਪ੍ਰਸ਼ਨ ਉੱਤਰਨ। ਹੇਠਲੇ ਪ੍ਰਸ਼ਨਾਂ ਦੇ ਉੱਤਰ 2-3 ਸਤਰਾਂ ਵਿੱਚ ਲਿਖੋ। 1-2-3 ਲਾਈਨਾਂ ਵਿੱਚ ਤੁਸੀਂ ਇਹਨਾਂ ਦੇ ਉੱਤਰ ਦੇਣੇ ਹਨ। ਫਰਾਂਸ ਦੇ ਲੋਕ ਆਪਣੇ ਦੇਸ਼ ਨੂੰ ਸਾਫ਼ ਸੁਥਰਾ ਕਿਵੇਂ ਰੱਖਦੇ ਸਨ? ਤਾਂ ਫਰਾਂਸ ਦੇ ਲੋਕ ਆਪਣੇ ਦੇਸ਼ ਨੂੰ ਸਾਫ਼ ਸੁਥਰਾ ਰੱਖਣ ਲਈ ਉਹ ਗੰਦਗੀ ਨਹੀਂ ਫੈਲਾਉਂਦੇ ਸਨ। ਉਹ ਕੂੜਾ ਕਰਕਟ ਨਹੀਂ ਸੜਕਾਂ 'ਤੇ ਆਸ-ਪਾਸ ਕਿਧਰੇ ਵੀ ਨਹੀਂ ਫੈਲਾਉਂਦੇ ਸਨ। ਫਰਾਂਸ ਦੇ ਮੰਤਰੀ ਨੇ ਦੂਜੇ ਦੇਸ਼ ਤੋਂ ਆਏ ਅਫਸਰ ਨੂੰ ਗੰਦਗੀ ਪਾਉਣ 'ਤੇ ਕੀ ਚੇਤਾਵਨੀ ਦਿੱਤੀ? ਉਹਨਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਾਡੇ ਦੇਸ਼ ਦਾ ਵਾਸੀ ਹੁੰਦਾ ਤਾਂ ਉਸਨੂੰ ਭਾਰੀ ਜੁਰਮਾਨਾ ਭਰਨਾ ਪੈਂਦਾ, ਅੱਗੇ ਤੋਂ ਸਾਵਧਾਨ ਰਹਿਣਾ। ਗੋਪੀ ਗਰਾਊਂਡ ਵਿੱਚ ਕੀ ਸੁੱਟਦਾ ਹੈ? ਤਾਂ ਗੋਪੀ ਗਰਾਊਂਡ ਵਿੱਚ ਮੂੰਗਫਲੀ ਦੇ ਛਿਲਕੇ ਸਿੱਟਦਾ ਹੈ। ਆਲੋਕ ਕਿਸੇ ਵੀ ਥਾਂ 'ਤੇ ਖਿਲਰੇ ਕੂੜੇ ਦਾ ਕੀ ਕਰਦਾ ਹੈ? ਆਲੋਕ ਕਿਸੇ ਵੀ ਥਾਂ 'ਤੇ ਖਿਲਰੇ ਪਏ ਕੂੜੇ ਨੂੰ ਚੱਕ ਕੇ ਕੂੜੇਦਾਨ ਵਿੱਚ ਪਾ ਦਿੰਦਾ ਹੈ। ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ? ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੇ ਆਲੇ ਦੁਆਲੇ ਨੂੰ ਸਵੱਛ ਅਤੇ ਸ਼ੁੱਧ ਰੱਖਣਾ ਚਾਹੀਦਾ, ਕੂੜਾ ਕਰਕਟ ਨਹੀਂ ਫੈਲਾਉਣਾ ਚਾਹੀਦਾ। ਅੱਗੇ ਦੇਖੋ ਹੇਠਲੇ ਪ੍ਰਸ਼ਨਾਂ ਦੇ 4-4 ਉੱਤਰ ਦਿੱਤੇ ਗਏ ਹਨ। ਸਹੀ ਉੱਤਰ ਚੁਣ ਕੇ ਲਿਖੋ। ਗੋਪੀ ਨੇ ਕਿੰਨੇ ਰੁਪਏ ਦਾ ਨੋਟ ਡਿੱਗਣ ਦੀ ਗੱਲ ਕਹੀ? ਤਾਂ ਗੋਪੀ ਨੇ 10 ਰੁਪਏ ਦਾ ਨੋਟ ਡਿੱਗਣ ਦੀ ਗੱਲ ਕਹੀ। ਗਰਾਊਂਡ ਵਿੱਚ ਡਿੱਗਿਆ ਨੋਟ ਅਸਲ ਵਿੱਚ ਕੀ ਸੀ? ਕਾਗਜ਼ ਦਾ ਟੁਕੜਾ। ਫਰਾਂਸ ਦੀ ਰਾਜਧਾਨੀ ਦਾ ਨਾਂ ਕੀ ਹੈ? ਪੈਰਿਸ। ਫਰਾਂਸ ਦੇ ਲੋਕਾਂ ਨੂੰ ਕੀ ਪਸੰਦ ਹੈ? ਸਾਫ਼ ਸਫਾਈ, ਲੜਾਈ ਝਗੜਾ, ਗੰਦਗੀ, ਕਾਰ ਚਲਾਉਣਾ। ਸਾਫ਼ ਸਫਾਈ। ਪ੍ਰਿੰਸੀਪਲ ਨੇ ਫਰਾਂਸ ਦੇ ਮੰਤਰੀ ਵਰਗਾ ਵਿਦਿਆਰਥੀ ਕਿਸ ਨੂੰ ਕਿਹਾ? ਆਲੋਕ ਨੂੰ। ਅੱਗੇ ਦੇਖੋ ਵਾਕਾਂ ਨੂੰ ਪੜ੍ਹ ਕੇ ਸਹੀ ਵਾਕ ਅੱਗੇ ਸਹੀ ਅਤੇ ਗਲਤ ਅੱਗੇ ਗਲਤ ਦਾ ਨਿਸ਼ਾਨ ਲਾਓ। ਆਲੋਕ ਮੂੰਗਫਲੀ ਦੇ ਛਿਲਕੇ ਗਰਾਊਂਡ ਵਿੱਚ ਖਿਲਾਰ ਰਿਹਾ ਸੀ। ਤਾਂ ਇਹ ਕੀ ਹੈ? ਗਲਤ, ਕਿਉਂਕਿ ਆਲੋਕ ਤਾਂ ਸਫਾਈ ਪਸੰਦ ਸੀ, ਉਹ ਤਾਂ ਸਫਾਈ ਕਚਰੇ ਨੂੰ ਉਠਾਉਂਦਾ ਸੀ। ਪ੍ਰਿੰਸੀਪਲ ਨੇ ਆਲੋਕ ਦੀ ਪਿੱਠ ਥਾਪੜੀ। ਸਹੀ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਫਰਾਂਸ ਦੀ ਸੁੰਦਰਤਾ ਸੰਬੰਧੀ ਕਹਾਣੀ ਸੁਣਾਈ। ਫਰਾਂਸ ਦੇ ਮੰਤਰੀ ਨੇ ਗੰਦਗੀ ਪਾਉਂਦੇ ਦੂਜੇ ਦੇਸ਼ ਦੇ ਮੰਤਰੀ ਦੀ ਤਾਰੀਫ ਕੀਤੀ। ਤਾਂ ਇਹ ਰੋਂਗ। ਵਿਦਿਆਰਥੀਆਂ ਨੇ ਆਲੋਕ ਦੀ ਸਫਾਈ ਰੱਖਣ ਸੰਬੰਧੀ ਆਦਤ 'ਤੇ ਤਾੜੀਆਂ ਵਜਾਈਆਂ। ਰਾਈਟ। ਤਾਂ ਅਸੀਂ ਇਸ ਦੇ ਪ੍ਰਸ਼ਨ ਉੱਤਰ ਕਰੇ ਹਨ। ਇਹਨਾਂ ਨੂੰ ਸਾਰੇ ਵਿਦਿਆਰਥੀਆਂ ਨੇ ਕਰਨਾ ਹੈ ਅਤੇ ਇਸ ਕਹਾਣੀ ਨੂੰ ਪੜ੍ਹਨਾ ਹੈ। ਇਸ ਕਹਾਣੀ ਤੋਂ ਤੁਸੀਂ ਸਿੱਖਿਆ ਵੀ ਲੈਣੀ ਹੈ कि आपको अपने आसपास में सफाई रखनी है, अपने स्कूल को, घर को, अपने शहर को कूड़ा में गंदगी नहीं फैलानी, उसे साफ़ रखना है, उसे साफ़ सुथरा और स्वच्छ रखना है।